ਕਦੇ ਇਦਾਂ ਲੱਗਦਾ ਹੈ ਕਿ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਜਿਵੇਂ ਕਿ ਮਹਾਮਾਰੀ ਹੋਵੇ ਜਾਂ ਜੰਗ ਦਾ ਖਤਰਾ, ਉਹਨਾਂ ਨੂੰ ਹੱਲ ਕਰਨ ਦੇ ਸਾਡੇ ਮੌਜੂਦਾ ਤਰੀਕੇ ਹੁਣ ਕੰਮ ਨਹੀਂ ਕਰ ਰਹੇ। ਖੈਰ, ਅੱਜ ਅਸੀਂ ਇੱਕ ਬਹੁਤ ਹੀ ਦਲੇਰ ਵਿਚਾਰ ਤੇ ਗੌਰ ਕਰਨ ਜਾ ਰਹੇ ਹਾਂ, ਗਲੋਬਲ ਸ਼ਾਸਨ ਨੂੰ ਬਿਲਕੁਲ ਨਵੇਂ ਸਿਰਿਓਂ ਡਿਜ਼ਾਈਨ ਕਰਨ ਦਾ ਇੱਕ ਪ੍ਰਸਤਾਵ। ਇਸ ਪੇਸ਼ਕਾਰੀ ਵਿੱਚ ਅਸੀਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਦੁਨੀਆ ਅੱਜ ਕਿਹੜੇ ਵੱਡੇ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਫਿਰ ਇੱਕ ਨਵੇਂ UN ਚਾਰਟਰ ਦੇ ਹੈਰਾਨੀਜਨਕ ਪ੍ਰਸਤਾਵ ਨੂੰ ਸਮਝਾਂਗੇ ਅਤੇ ਅੰਤ ਵਿੱਚ ਇਹ ਖੋਜ ਕਰਾਂਗੇ ਕਿ ਕਿਵੇਂ ਇੱਕ ਬਿਲਕੁਲ ਅਸਾਧਾਰਨ ਸਿਧਾਂਤ ਇਸ ਸਭ ਨੂੰ ਆਪਸ ਵਿੱਚ ਜੋੜਨ ਦਾ ਦਾਅਵਾ ਕਰਦਾ ਹੈ। ਚਲੋ ਸ਼ੁਰੂ ਕਰਦੇ ਹਾਂ। ਦੇਖੋ, ਕੋਈ ਵੀ ਵੱਡਾ ਬਦਲਾ ਹਮੇਸ਼ਾ ਇੱਕ ਵੱਡੀ ਸਮੱਸਿਆ ਨਾਲ ਸ਼ੁਰੂ ਹੁੰਦਾ ਹੈ। ਇਸ ਪ੍ਰਸਤਾਵ ਦੇ ਪਿੱਛੇ ਦੀ ਸੋਚ ਇਹ ਹੈ ਕਿ ਅਸੀਂ ਅੱਜ ਇੱਕ ਨਹੀਂ, ਸਗੋਂ ਕਈ ਗਲੋਬਲ ਖਤਰਿਆਂ ਦਾ ਇੱਕੋ ਸਮੇਂ ਸਾਹਮਣਾ ਕਰ ਰਹੇ ਹਾਂ, ਜਿਨ੍ਹਾਂ ਲਈ ਇੱਕ ਬਿਲਕੁਲ ਨਵੀਂ ਪਹੁੰਚ ਦੀ ਲੋੜ ਹੈ। ਅਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਕੋਵਿਡ-19 ਨਾਲ। ਮਹਾਮਾਰੀ ਨੇ ਸਿਰਫ ਸਾਡੀਆਂ ਜ਼ਿੰਦਗੀਆਂ ਹੀ ਨਹੀਂ ਬਦਲੀਆਂ, ਸਗੋਂ ਇਸ ਨੇ ਇੱਕ ਗੁੰਮੇ ਹੋਏ ਦਹਾਕੇ ਦਾ ਡਰ ਵੀ ਪੈਦਾ ਕਰ ਦਿੱਤਾ ਹੈ, ਜਿੱਥੇ ਦੁਨੀਆ ਭਰ ਦੀ ਤਰੱਕੀ ਇੱਕ ਤਰ੍ਹਾਂ ਨਾਲ ਰੁਕ ਸਕਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਵੱਡੇ ਵਿਸ਼ਵ ਯੁੱਧ ਦਾ ਖਤਰਾ ਵੀ ਮੰਡਰਾ ਰਿਹਾ ਹੈ। ਇਹ ਸਿਰਫ ਕੋਈ ਦੂਰ ਦੀ ਸੰਭਾਵਨਾ ਨਹੀਂ, ਸਗੋਂ ਇੱਕ ਅਸਲ ਦਬਾਅ ਹੈ ਜੋ ਸਾਡੇ ਮੌਜੂਦਾ ਗਲੋਬਲ ਸਿਸਟਮ ਨੂੰ ਟੁੱਟਣ ਦੀ ਕਗਾਰ ਤੇ ਲਿਆਇਆ ਹੈ। ਅਤੇ ਸਭ ਦੇ ਪਿੱਛੇ ਇੱਕ ਚੁੱਪ-ਚਪੀਤਾ ਸੰਕਟ ਵੀ ਚੱਲ ਰਿਹਾ ਹੈ, ਧਰਤੀ ਦੀ 6ਵੀਂ ਮਹਾਵਿਨਾਸ਼ ਦੀ ਘਟਨਾ। ਇਹ ਸਿਰਫ ਵਾਤਾਵਰਣ ਦੀ ਕੋਈ ਸਮੱਸਿਆ ਨਹੀਂ ਹੈ, ਇਹ ਸਾਡੇ ਜੀਵਨ ਦੇ ਹਰ ਪਹਿਲੂ ਤੇ ਅਸਰ ਪਾ ਰਹੀ ਹੈ। ਇਹ ਤਿੰਨੋਂ ਸੰਕਟ ਮਿਲ ਕੇ ਇੱਕ ਵੱਡੇ ਬਦਲਾਅ ਦੀ ਮੰਗ ਕਰ ਰਹੇ ਹਨ। ਤਾਂ ਫਿਰ, ਜੇਕਰ ਸਾਡੀਆਂ ਮੌਜੂਦਾ ਸੰਸਥਾਵਾਂ ਇਨ੍ਹਾਂ ਵੱਡੇ ਖਤਰਿਆਂ ਨਾਲ ਨਜਿੱਠਣ ਲਈ ਕਾਫੀ ਨਹੀਂ ਹਨ, ਤਾਂ ਹੱਲ ਕੀ ਹੈ? ਇਸ ਪ੍ਰਸਤਾਵ ਦੇ ਅਨੁਸਾਰ ਜਵਾਬ ਮੌਜੂਦਾ ਢਾਂਚੇ ਨੂੰ ਸਿਰਫ ਠੀਕ ਕਰਨਾ ਨਹੀਂ, ਸਗੋਂ ਇਸ ਵਿੱਚ ਕੁਝ ਬਿਲਕੁਲ ਨਵਾਂ ਜੋੜਨਾ ਹੈ। ਇੱਥੇ ਮੁੱਖ ਵਿਚਾਰ ਇਹ ਹੈ, ਮੌਜੂਦਾ ਸੰਯੁਕਤ ਰਾਸ਼ਟਰ, ਜਿਸ ਨੂੰ ਇੱਥੇ UNO ਸੈਕੂਲਰ ਕਿਹਾ ਗਿਆ ਹੈ, ਉਹ ਸਿਰਫ ਦੇਸ਼ਾਂ ਅਤੇ ਸਰਕਾਰਾਂ ਤੇ ਕੇਂਦਰਿਤ ਹੈ। ਪ੍ਰਸਤਾਵਿਕ UNO ਸੈਕਰੇਟ ਚਾਰਟਰ ਬਣਾਉਂਦਾ ਹੈ। ਇਸ ਦਾ ਮਤਲਬ ਸਿਰਫ ਧਰਮ ਨਹੀਂ, ਸਗੋਂ ਕਦਰਾਂ-ਕੀਮਤਾਂ, ਵਿਸ਼ਵਾਸ ਪ੍ਰਣਾਲੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਸ਼ਾਮਿਲ ਕਰਨਾ ਹੈ, ਜਿਵੇਂ ਕਿ ਵੈਟੀਕਨ, ਜੋ ਵਰਤਮਾਨ ਵਿੱਚ ਗਲੋਬਲ ਗੱਲਬਾਤ ਤੋਂ ਬਾਹਰ ਹਨ। ਪਰ ਵਿਗਿਆਨ ਅਤੇ ਵਿਸ਼ਵਾਸ ਨੂੰ ਇੱਕੋ ਛੱਤ ਹੇਠ ਲਿਆਂਦਾ ਕਿਵੇਂ ਜਾ ਸਕਦਾ ਹੈ? ਇਹ ਪ੍ਰਸਤਾਵ ਇਸ ਨੂੰ 3 ਪੱਧਰਾਂ ਤੇ ਵੰਡਦਾ ਹੈ, ਜਿਸ ਨੂੰ ਇਹ ਸ਼ਾਸਨ ਦੇ 3 ਥੰਬ ਕਹਿੰਦਾ ਹੈ। ਆਓ ਇਸ ਟੇਬਲ ਨੂੰ ਥੋੜਾ ਸਮਝਦੇ ਹਾਂ। ਪਹਿਲਾ ਥੰਬ ਹੈ UNO, ਜੋ ਦੇਸ਼ਾਂ ਦੀ ਨੁਮਾਇੰਦਗੀ ਕਰਦਾ ਹੈ। ਇਹ ਵਿਗਿਆਨ ਅਤੇ ਕਾਨੂੰਨ ਤੇ ਆਧਾਰਿਤ ਹੈ। ਦੂਜਾ ਹੈ POWR, ਯਾਨੀ ਵਿਸ਼ਵ ਧਰਮਾਂ ਦੀ ਸੰਸਦ, ਜੋ ਰਾਜਾਂ ਜਾਂ ਸੂਬਿਆਂ ਦੇ ਪੱਧਰ ਤੇ ਕੰਮ ਕਰਦੀ ਹੈ ਅਤੇ ਵੱਖ-ਵੱਖ ਵਿਸ਼ਵਾਸਾਂ ਨੂੰ ਸ਼ਾਮਿਲ ਕਰਦੀ ਹੈ। ਅਤੇ ਤੀਜਾ ਹੈ ਬਲੌਕਚੇਨ, ਜੋ ਸ਼ਹਿਰਾਂ ਅਤੇ ਸਥਾਨਿਕ ਭਾਈਚਾਰਿਆਂ ਦੀ ਨੁਮਾਇੰਦਗੀ ਕਰਦਾ ਹੈ, ਇੱਕ ਵਿਕੇਂਦਰੀਕ੍ਰਿਤ ਤਰੀਕੇ ਨਾਲ। ਹਰ ਇੱਕ ਦਾ ਆਪਣਾ-ਆਪਣਾ ਦਾਇਰਾ ਹੈ। ਠੀਕ ਹੈ, ਤਾਂ ਸਾਡੇ ਕੋਲ 3 ਵੱਖ-ਵੱਖ ਥੰਬ ਤਾਂ ਹੋ ਗਏ: ਰਾਸ਼ਟਰ, ਧਰਮ ਅਤੇ ਭਾਈਚਾਰੇ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਹੜੀ ਚੀਜ਼ ਇਹਨਾਂ ਤਿੰਨਾਂ ਨੂੰ ਆਪਸ ਵਿੱਚ ਜੋੜ ਸਕਦੀ ਹੈ, ਅਤੇ ਇੱਥੇ ਆ ਕੇ ਇਹ ਪ੍ਰਸਤਾਵ ਸੱਚਮੁੱਚ ਬਹੁਤ ਦਿਲਚਸਪ ਹੋ ਜਾਂਦਾ ਹੈ। ਇਸ ਸਭ ਦੇ ਕੇਂਦਰ ਵਿੱਚ ਇੱਕ ਵਿਚਾਰ ਹੈ, ਸਾਈਮੈਟਿਕਸ। ਇਹ ਦ੍ਰਿਸ਼ਯਮਾਨ ਧੁਨੀ ਦਾ ਅਧਿਐਨ ਹੈ। ਸੋਚ ਕੇ ਦੇਖੋ, ਜੇ ਤੁਸੀਂ ਰੇਤ ਨੂੰ ਇੱਕ ਮੈਟਲ ਪਲੇਟ ਤੇ ਖਿਲਾਰੋ ਅਤੇ ਉਸ ਪਲੇਟ ਨੂੰ ਵਾਈਬ੍ਰੇਟ ਕਰੋ, ਤਾਂ ਰੇਤ ਆਪਣੇ ਆਪ ਸੁੰਦਰ ਜਿਓਮੈਟ੍ਰਿਕ ਪੈਟਰਨ ਬਣਾਉਂਦੀ ਹੈ। ਇਹੀ ਸਾਈਮੈਟਿਕਸ ਹੈ। ਇਹ ਪ੍ਰਸਤਾਵ ਦਲੀਲ ਦਿੰਦਾ ਹੈ ਕਿ ਇਹ ਸਿਧਾਂਤ ਕਿ ਵਾਈਬ੍ਰੇਸ਼ਨ ਜਾਂ ਕੰਪਨ ਪੈਟਰਨ ਬਣਾਉਂਦੀ ਹੈ, ਇੱਕ ਸਰਵ-ਵਿਆਪਕ ਨਿਯਮ ਹੈ ਜੋ ਹਰ ਚੀਜ਼ ਤੇ ਲਾਗੂ ਹੁੰਦਾ ਹੈ। ਤਾਂ ਇਹ ਕੰਮ ਕਿਵੇਂ ਕਰਦਾ ਹੈ? ਵਿਚਾਰ ਇਹ ਹੈ ਕਿ ਸਾਈਮੈਟਿਕਸ ਇੱਕ ਸਾਂਝੀ ਭਾਸ਼ਾ ਦਿੰਦਾ ਹੈ। ਇਹ ਸੁਝਾਅ ਦਿੰਦਾ ਹੈ ਕਿ ਭਾਵੇਂ ਉਹ UNO ਦਾ ਵਿਗਿਆਨਿਕ ਕਾਨੂੰਨ ਹੋਵੇ ਜਾਂ ਧਰਮਾਂ ਦੀਆਂ ਅਧਿਆਤਮਿਕ ਸੱਚਾਈਆਂ, ਦੋਵਾਂ ਦੇ ਮੂਲ ਵਿੱਚ ਵਾਈਬ੍ਰੇਸ਼ਨਲ ਪੈਟਰਨ ਹੀ ਹਨ। ਇਸ ਤਰ੍ਹਾਂ ਇਹ ਇੱਕ ਪੁਲ ਵਾਂਗ ਕੰਮ ਕਰਦਾ ਹੈ, ਜੋ ਬਿਲਕੁਲ ਵੱਖ-ਵੱਖ ਖੇਤਰਾਂ ਨੂੰ ਇੱਕ ਸਾਂਝੇ ਸਿਧਾਂਤ ਨਾਲ ਜੋੜਦਾ ਹੈ। ਇਹ ਵਿਚਾਰ ਤਾਂ ਅਲਕੀਮੀ ਵਰਗੇ ਪੁਰਾਣੇ ਸੰਕਲਪਾਂ ਨੂੰ ਵੀ ਇੱਕ ਨਵਾਂ ਰੂਪ ਦਿੰਦਾ ਹੈ। ਇਸ ਪ੍ਰਸਤਾਵ ਵਿੱਚ ਅਲਕੀਮੀ ਸਿਰਫ ਸੋਨਾ ਬਣਾਉਣ ਬਾਰੇ ਨਹੀਂ ਹੈ। ਇਹ ਰਸਾਇਣ ਵਿਗਿਆਨ ਯਾਨੀ ਪਦਾਰਥ ਅਤੇ ਸਾਈਮੈਟਿਕਸ ਯਾਨੀ ਵਾਈਬ੍ਰੇਸ਼ਨ ਦਾ ਸੁਮੇਲ ਹੈ। ਇਹ ਸੁਝਾਅ ਦਿੰਦਾ ਹੈ ਕਿ ਇਹਨਾਂ ਸਿਧਾਂਤਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ, ਸਾਡੇ ਘਰਾਂ ਅਤੇ ਭਾਈਚਾਰਿਆਂ ਵਿੱਚ ਇੱਕ ਸੁਰਤਾ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਤਾਂ ਆਓ ਇਸ ਸਫ਼ਰ ਨੂੰ ਇੱਕ ਵਾਰ ਫਿਰ ਤੋਂ ਦੇਖੀਏ। ਇਹ ਗਲੋਬਲ ਸੰਕਟਾਂ ਦੀ ਪਹਿਚਾਣ ਨਾਲ ਸ਼ੁਰੂ ਹੁੰਦਾ ਹੈ, ਫਿਰ ਇੱਕ ਦੋਹਰੇ ਚਾਰਟਰ ਦਾ ਪ੍ਰਸਤਾਵ ਦਿੰਦਾ ਹੈ, ਉਸ ਨੂੰ 3 ਥੰਮਾਂ ਵਿੱਚ ਵੰਡਦਾ ਹੈ ਅਤੇ ਫਿਰ ਸਾਈਮੈਟਿਕਸ ਨੂੰ ਇੱਕ ਮਾਸਟਰ ਕੀ ਵਾਂਗ ਵਰਤਦਾ ਹੈ ਤਾਂ ਜੋ ਇਹ ਸਭ ਕੁਝ ਇਕੱਠੇ ਕੰਮ ਕਰ ਸਕੇ। ਇਹ ਇੱਕ ਸਮੱਸਿਆ ਤੋਂ ਇੱਕ ਸੰਪੂਰਨ ਹੱਲ ਤੱਕ ਦਾ ਪੂਰਾ ਰੋਡਮੈਪ ਹੈ। ਹੁਣ ਇਹ ਸਭ ਕੁਝ ਬਹੁਤ ਥਿਊਰੀ ਵਾਲਾ ਲੱਗ ਸਕਦਾ ਹੈ ਨਾ, ਪਰ ਲੇਖਕ ਇਸ ਨੂੰ ਥੋੜਾ ਸੌਖਾ ਬਣਾਉਣ ਲਈ ਇੱਕ ਅਸਲ ਦੁਨੀਆ ਦੀ ਉਦਾਹਰਣ ਦਿੰਦਾ ਹੈ।
ਇਹ ਉਦਾਹਰਣ ਹੈ ਇੱਕ ਗੁਰਮੁਖੀ ਦੀ, ਜੋ ਕਿ ਇੱਕ ਪ੍ਰਾਚੀਨ ਭਾਰਤੀ ਭਾਸ਼ਾਈ ਅਤੇ ਦਾਰਸ਼ਨਿਕ ਪ੍ਰਣਾਲੀ ਹੈ। ਇਸ ਨੂੰ ਇੱਕ ਕੇਸ ਸਟੱਡੀ ਵਾਂਗ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਇਹ ਆਪਣੇ ਢਾਂਚੇ ਵਿੱਚ ਵਿਗਿਆਨਿਕ, ਅਧਿਆਤਮਿਕ ਅਤੇ ਭਾਈਚਾਰਕ ਸਿਧਾਂਤਾਂ ਨੂੰ ਕੁਦਰਤੀ ਤੌਰ ਤੇ ਏਕੀਕ੍ਰਿਤ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹ ਗਲੋਬਲ ਪ੍ਰਸਤਾਵ ਕਰਨਾ ਚਾਹੁੰਦਾ ਹੈ। ਇਹ ਹਵਾਲਾ ਦਿਖਾਉਂਦਾ ਹੈ ਕਿ ਇਹ ਵਿਚਾਰ ਕਿੰਨਾ ਵੱਡਾ ਅਤੇ ਅਭਿਲਾਸ਼ੀ ਹੈ। ਇਹ ਸੁਝਾਅ ਦੇ ਰਿਹਾ ਹੈ ਕਿ ਸਾਇਮੈਟਿਕਸ ਦੇ ਸਿਧਾਂਤਾਂ ਦੀ ਵਰਤੋਂ ਕਰਕੇ ਪੂਰਬੀ ਅਤੇ ਪੱਛਮੀ ਕੈਲੰਡਰਾਂ ਵਰਗੇ ਬਿਲਕੁਲ ਵੱਖ-ਵੱਖ ਪ੍ਰਣਾਲੀਆਂ ਨੂੰ ਇਕਸੁਰ ਕੀਤਾ ਜਾ ਸਕਦਾ ਹੈ। ਇਹ ਸਿਰਫ ਸਹਿ ਮੌਜੂਦਗੀ ਬਾਰੇ ਨਹੀਂ ਹੈ, ਸਗੋਂ ਇੱਕ ਡੂੰਘੇ ਪੱਧਰ ਤੇ ਇਕਸੁਰਤਾ ਲੱਭਣ ਬਾਰੇ ਹੈ। ਤਾਂ ਫਿਰ ਇਸ ਸਾਰੀ ਗੱਲਬਾਤ ਤੋਂ ਬਾਅਦ ਸਾਨੂੰ ਕੀ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਇੱਕ ਗੁੰਝਲਦਾਰ ਥਿਊਰੀ ਹੈ ਜਾਂ ਕਿ ਇਹ ਸੱਚਮੁੱਚ ਗਲੋਬਲ ਸਮੱਸਿਆਵਾਂ ਬਾਰੇ ਸੋਚਣ ਦਾ ਇੱਕ ਬਿਲਕੁਲ ਨਵਾਂ ਤਰੀਕਾ ਹੋ ਸਕਦਾ ਹੈ। ਸੰਖੇਪ ਵਿੱਚ ਗੱਲ ਇਹ ਹੈ, ਇਹ ਪ੍ਰਸਤਾਵ ਦਲੀਲ ਦਿੰਦਾ ਹੈ ਕਿ ਸਾਡੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਨੂੰ ਪ੍ਰਾਚੀਨ ਗਿਆਨ ਨੂੰ ਆਧੁਨਿਕ ਢਾਂਚਿਆਂ ਜਿਵੇਂ ਕਿ UNO ਅਤੇ ਬਲੌਕਚੇਨ ਨਾਲ ਜੋੜਨ ਦੀ ਲੋੜ ਹੈ, ਅਤੇ ਇਸ ਸਭ ਨੂੰ ਜੋੜਨ ਵਾਲਾ ਧਾਗਾ ਇੱਕ ਸਰਵ-ਵਿਆਪਕ ਸਿਧਾਂਤ ਹੈ, ਵਾਈਬ੍ਰੇਸ਼ਨ ਯਾਨੀ ਕੰਪਨ ਦੀ ਭਾਸ਼ਾ। ਭਾਵੇਂ ਇਹ ਪ੍ਰਸਤਾਵ ਅਮਲੀ ਤੌਰ ਤੇ ਸੰਭਵ ਹੋਵੇ ਜਾਂ ਨਾ, ਇਹ ਇੱਕ ਬਹੁਤ ਵੱਡਾ ਸਵਾਲ ਜ਼ਰੂਰ ਖੜਾ ਕਰਦਾ ਹੈ ਕਿ ਅਸੀਂ ਗਲੋਬਲ ਸਮੱਸਿਆਵਾਂ ਨੂੰ ਸਿਰਫ ਰਾਜਨੀਤੀ ਅਤੇ ਅਰਥਸ਼ਾਸਤਰ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਵਿੱਚ ਫਸ ਗਏ ਹਾਂ। ਸ਼ਾਇਦ ਅਸਲ ਹੱਲ ਵਿਗਿਆਨ, ਅਧਿਆਤਮਿਕਤਾ ਅਤੇ ਤਕਨੀਕ ਨੂੰ ਉਹਨਾਂ ਤਰੀਕਿਆਂ ਨਾਲ ਮਿਲਾਉਣ ਵਿੱਚ ਹੈ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ।